ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਣਾ ਅਣੰਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਗੁਰਸਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਨ। ਹਰ ਹਰ ਕਥਾ ਨਿਰਾਲੀ, ਮਾਈ ਸਤ 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 ਹਰ, ਸਤ 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 ਸਾਧਾ। ਬਚਨ ਗੁਰੂ ਜੋ ਪੂਰੇ ਕਹਿਆ, ਮੈਂ ਛੀਕ ਗਾਂਠੜੀ ਵਾਧਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦੀ ਵਿਚਾਰ ਦੇ ਵਿੱਚ ਆਪਾਂ ਗੁਰੂ ਘਰ ਦੇ ਜੋ ਗ੍ਰੰਥੀ ਸਿੰਘ ਹਨ ਅਤੇ ਗੁਰੂ ਘਰ ਦੀਆਂ ਜੋ ਕਮੇਟੀਆਂ ਹਨ, ਉਹਨਾਂ ਦੀ ਚੋਣ ਸੰਬੰਧੀ ਗੁਰਬਾਣੀ ਦੇ ਆਧਾਰ 'ਤੇ ਕੁਝ ਵਿਚਾਰਾਂ ਕਰਨ ਦਾ ਆਪਾਂ ਯਤਨ ਕਰਾਂਗੇ ਜੀ। ਸੋ ਸਭ ਤੋਂ ਪਹਿਲਾਂ ਜੋ ਗੁਰੂ ਘਰਾਂ ਦੇ ਗ੍ਰੰਥੀ ਦੀ ਅਸੀਂ ਚੋਣ ਕਰਦੇ ਹਾਂ, ਜੋ ਗ੍ਰੰਥੀ ਸਿੰਘ ਹੈ ਉਹ ਕੌਣ ਚਾਹੀਦਾ ਹੈ, ਉਹਦੇ ਕੰਮ ਕੀ ਚਾਹੀਦੇ ਹਨ। ਜਿਸ ਤਰ੍ਹਾਂ ਸਮਝਣ ਮਾਤਰ ਆਪਾਂ ਵੀ ਜੇ ਸਕੂਲ ਦੀ ਬਿਲਡਿੰਗ ਬਹੁਤ ਵਧੀਆ ਬਣਾਈ ਜਾਵੇ, ਉਸ ਵਿੱਚ ਵਧੀਆ ਟੀਚਰ ਨਾ ਹੋਵੇ ਅਤੇ ਉਹਦੇ ਵਿੱਚ ਜਿਹੜੇ ਬੱਚੇ ਹੈ ਜਿਨ੍ਹਾਂ ਨੇ ਪੜ੍ਹਾਈ ਕਰਨੀ ਹੈ, ਜਿਨ੍ਹਾਂ ਨੇ ਪੜ੍ਹ ਕੇ ਕੁਛ ਅੱਗੇ ਤਰੱਕੀ ਕਰਨੀ ਹੈ, ਜਿਨ੍ਹਾਂ ਨੇ ਪੜ੍ਹ ਕੇ ਕੁਛ ਬਣਨਾ ਹੈ, ਉਹ ਉਸ ਗੱਲੋਂ ਵਾਂਝੇ ਰਹਿ ਜਾਣਗੇ। ਕਿਉਂ ਜੀ? ਜੇ ਬਿਲਡਿੰਗ ਵਧੀਆ ਹੈ ਵੀ ਉੱਥੇ ਜਿਹੜੀ ਆ ਟੀਚਰ ਵਧੀਆ ਨਹੀਂ। ਇਸੇ ਤਰ੍ਹਾਂ ਜੇ ਆਪਾਂ ਹਸਪਤਾਲ ਦੀ ਬਿਲਡਿੰਗ ਬਹੁਤ ਵਧੀਆ ਬਣਾ ਲਈਏ, ਉਹਦੇ ਵਿੱਚ ਵਧੀਆ ਡਾਕਟਰ ਨਹੀਂ ਹੈਗਾ ਅਤੇ ਉਹਦੇ ਵਿੱਚ ਕੀ ਹੋਊਗਾ, ਫਿਰ ਬਹੁਤ ਭਾਰੀ ਨੁਕਸਾਨ ਆ। ਜਿਹੜੇ ਮਰੀਜ਼ ਆ ਉਹ ਵਿਚਾਰੇ ਦਵਾਈ ਤੋਂ ਬਿਨਾਂ ਰਹਿ ਜਾਣਗੇ, ਦਵਾਈ ਤੋਂ ਬਿਨਾਂ ਹੀ ਉਹਨਾਂ ਦੀ ਮੌਤ ਹੋ ਸਕਦੀ ਹੈ। ਇਸ ਲਈ ਆਮ ਸਾਡਾ ਖਿਆਲ ਹੈ, ਗੁਰੂ ਘਰਾਂ ਤੱਕ ਅਸੀਂ ਇੱਥੋਂ ਤੱਕ ਸਹਿਮਤ ਹੈ ਭਾਈ ਗੁਰੂ ਘਰ ਸਫਾਈ ਰੱਖਣੀ ਚਾਹੀਦੀ ਹੈ, ਸਫਾਈ ਵਾਲਾ ਹੋਵੇ। ਪਰ ਜਿੱਥੇ ਸਫਾਈ ਰੱਖਣੀ ਜ਼ਰੂਰੀ ਹੈ, ਉਹਦੇ ਨਾਲ ਦੀ ਨਾਲ ਜੋ ਗੁਰੂ ਦੀ ਪੜ੍ਹਾਈ, ਗੁਰੂ ਦੀ ਗੁਰਬਾਣੀ ਦੀ ਵਿਚਾਰ ਹੋਣੀ ਵੀ ਅਤੀ ਜ਼ਰੂਰੀ ਹੈ। ਕਿਉਂਕਿ ਜੇ ਅਸੀਂ ਇਕੱਲੇ ਗੁਰੂ ਘਰ ਸਫਾਈ ਰੱਖਦੇ ਹਾਂ, ਕੋਈ ਵੀ ਮਾਈ ਭਾਈ ਕਿਰਾਏ ਪਿਆ ਗੁਰੂ ਘਰ ਦੀ ਸਫਾਈ ਨੂੰ ਦੇਖ ਕੇ ਉਹਦਾ ਜੀਵਨ ਨਹੀਂ ਬਦਲ ਸਕਦਾ। ਵੀ ਉਹਨੇ ਸਫਾਈ ਦੇਖੀ, ਝਾੜੂ ਮਾਰਿਆ ਪਿਆ ਹੈ, ਟਾਟ ਬੜੇ ਸੋਹਣੇ ਹੈ, ਫਰਸ਼ ਬੜਾ ਸੋਹਣਾ ਹੈ, ਬੜਾ ਚਮਕੀ ਜਾਂਦਾ ਹੈ, ਉਹਨੂੰ ਦੇਖਿਆ ਉਹਨੇ, ਉਹਦੀ ਜ਼ਿੰਦਗੀ ਬਦਲ ਗਈ। ਇਹ ਕਤਈ ਵੀ ਨਹੀਂ ਹੋ ਸਕਦਾ। ਜੇ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ, ਗੁਰਬਾਣੀ ਦੀ ਵਿਚਾਰ ਸੁਣ ਕੇ, ਗੁਰਬਾਣੀ ਸੁਣ ਕੇ ਹੀ ਬਦਲ ਸਕਦੀ ਹੈ। ਅੱਜ ਤੱਕ ਦਾ ਇਹ ਆਪਾਂ ਕਹਿ ਸਕਦੇ ਹਾਂ ਵੀ ਜੇ ਕਿਸੇ ਦੀ ਜ਼ਿੰਦਗੀ ਵਿੱਚ ਬਦਲਾਅ ਆਇਆ ਹੈ, ਜੇ ਕਿਸੇ ਦੀ ਜ਼ਿੰਦਗੀ ਬਦਲੀ ਹੈ, ਜੇ ਕਿਸੇ ਨੇ ਮਾੜਾ ਰਾਹ ਛੱਡ ਕੇ ਚੰਗਾ ਰਾਹ ਅਪਣਾਇਆ ਹੈ, ਉਹਨੇ ਵਿਚਾਰ ਸੁਣ ਕੇ ਹੀ ਅਪਣਾਇਆ ਹੈ। ਇਸ ਲਈ ਭਾਈ ਸਾਨੂੰ ਯਤਨ ਕਰਨਾ ਚਾਹੀਦਾ ਹੈ, ਜਿਹੜੇ ਗੁਰੂ ਘਰ ਦੇ ਗ੍ਰੰਥੀ ਆ ਉਹ ਵੀ ਵਧੀਆ ਪੜ੍ਹੇ ਲਿਖੇ, ਸ਼ੁੱਧ ਬਾਣੀ ਪੜ੍ਹਨ ਵਾਲੇ, ਗੁਰਬਾਣੀ ਦੀ ਵਿਚਾਰ ਕਰਨ ਵਾਲੇ ਸਾਨੂੰ ਗੁਰੂ ਘਰਾਂ 'ਚ ਉਹਨਾਂ ਨੂੰ ਇਹ ਸੇਵਾ ਸੌਂਪਣੀ ਚਾਹੀਦੀ ਹੈ। ਉਹਦੇ ਨਾਲ ਦੀ ਨਾਲ ਹੀ ਜਿਹੜੇ ਅਸੀਂ ਪਿੰਡਾਂ ਦੀਆਂ ਪ੍ਰਬੰਧਕ ਕਮੇਟੀਆਂ ਹਨ, ਜਿਹੜੇ ਅਸੀਂ ਗ੍ਰੰਥੀ ਦੀ ਚੋਣ ਕਰਦੇ ਹਾਂ, ਉਹ ਕਮੇਟੀ ਵਾਲੇ ਵੀ ਸੂਝਵਾਨ ਹੋਣੇ ਚਾਹੀਦੇ ਹਨ। ਉਹ ਕਮੇਟੀ ਵਾਲੇ ਵੀ ਗੁਰੂ ਦੀ ਗੁਰਬਾਣੀ ਤੋਂ ਜਾਣੇ ਹੋਣੇ ਚਾਹੀਦੇ ਹਨ। ਉਹ ਕਮੇਟੀ ਵਾਲੇ ਵੀ ਗੁਰਬਾਣੀ ਪੜ੍ਹਨ ਵਾਲੇ ਹੋਣੇ ਚਾਹੀਦੇ ਹਨ। ਕਿਉਂਕਿ ਕੱਲ੍ਹ ਨੂੰ ਕੋਈ ਗ੍ਰੰਥੀ ਸਿੰਘ ਆ ਗੁਰਬਾਣੀ ਕੋਈ ਗਲਤ ਪੜ੍ਹੇ ਜਾਂ ਲਗਾ ਮਾਤਰ ਅੱਗੇ ਲਾਉਂਦਾ ਹੈ, ਜੇ ਅਸੀਂ ਕਮੇਟੀ ਵਾਲੇ ਅਸੀਂ ਸੂਝ ਰੱਖਦੇ ਹੋਵਾਂਗੇ ਅਤੇ ਅਸੀਂ ਉਸ ਨੂੰ ਸਮਝਾ ਸਕਦੇ ਹਾਂ,
ਕਹਿ ਸਕਦੇ ਹਾਂ। ਪਰ ਆਮ ਗੁਰੂ ਘਰਾਂ 'ਚ ਇਦਾਂ ਦਾ ਸਿਸਟਮ ਚੱਲ ਰਿਹਾ ਹੈ ਜੋ ਦੇਖਣ ਵਿੱਚ ਆ ਰਿਹਾ ਹੈ, ਨਾ ਤਾਂ ਗ੍ਰੰਥੀ ਸਿੰਘ ਨੂੰ ਬਾਣੀ ਪੜ੍ਹਨੀ ਆਉਂਦੀ ਹੈ ਤੇ ਨਾ ਹੀ ਜਿਹੜੇ ਕਮੇਟੀ ਵਾਲੇ ਉਹਨਾਂ ਨੂੰ ਗੁਰਬਾਣੀ ਪੜ੍ਹਨੀ ਆਉਂਦੀ ਹੈ। ਭਾਈ ਇਹ ਗੱਲ ਨਿੱਕੀ ਜੀ ਨਹੀਂ, ਇਹ ਗੱਲ ਬਹੁਤ ਵੱਡੀ ਹੈ। ਇਹਦੇ ਵਿੱਚ ਸਾਡਾ ਬਹੁਤ, ਜਿੰਨਾ ਕਹਿ ਲਈਏ ਉਨਾ ਹੈ ਵੀ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋ ਰਿਹਾ ਹੈ। ਕਿਉਂਕਿ ਇੱਥੋਂ ਅਸੀਂ ਗੁਰਬਾਣੀ 'ਚੋਂ ਸੇਧ ਲੈਣੀ ਸੀ। ਸਾਡੇ ਨੌਜਵਾਨ ਜਿਹੜੇ ਲੜਕੇ ਲੜਕੀਆਂ ਕਰਾਏ ਪਏ ਹਨ, ਨਸ਼ਾ ਕਰੀ ਜਾਂਦੇ ਹਨ, ਚਿੱਟੇ 'ਤੇ ਲੱਗੇ ਰਹਿੰਦੇ ਹਨ, ਮਾੜੇ ਗੀਤ ਮਾੜੇ ਹੋਰ ਕੰਮਾਂ 'ਚ ਬੜੇ ਹਨ। ਉਹਨਾਂ ਬੱਚਿਆਂ ਨੇ ਇੱਥੋਂ ਗੁਰਬਾਣੀ ਸੁਣ ਕੇ ਸੇਧ ਲੈ ਕੇ ਕਿਸੇ ਸਿੱਧੇ ਰਸਤੇ 'ਤੇ ਚੱਲਣਾ ਸੀ, ਪਰ ਇਹ ਗੁਰੂ ਘਰਾਂ ਦੇ ਵਿੱਚ ਨਹੀਂ ਹੋ ਰਿਹਾ। ਇਸ ਲਈ ਚਾਹੇ ਹਰੇਕ ਹੀ ਗੁਰੂ ਘਰ ਦੇ ਵਿੱਚ ਗੁਰਬਾਣੀ ਦੀ ਵਿਚਾਰ ਹੋਣੀ ਅਤੀ ਜ਼ਰੂਰੀ ਹੈ। ਵੀ ਗ੍ਰੰਥੀ ਸਿੰਘ ਵੀ ਵਿਚਾਰਵਾਨ ਹੋਣਾ ਚਾਹੀਦਾ ਹੈ, ਵਿਚਾਰ ਕਥਾਵਾਚਕ ਹੋਣਾ ਚਾਹੀਦਾ ਹੈ, ਗੁਰਬਾਣੀ ਅਨੁਸਾਰ ਉਹਦਾ ਜੀਵਨ ਹੋਣਾ ਚਾਹੀਦਾ ਹੈ। ਇਹ ਅਤੀ ਜ਼ਰੂਰੀ ਹੈ। ਸੋ ਇਸ ਕਰਕੇ ਆਪਾਂ ਨੂੰ ਨੰਬਰ 2 ਵੀ ਜਿਹੜਾ ਗ੍ਰੰਥੀ ਸਿੰਘ ਆ ਵੀ ਇੱਥੋਂ ਤੱਕ ਚਾਹੀਦਾ ਵੀ ਗ੍ਰੰਥੀ ਸਿੰਘ ਕੇਵਲ ਤੇ ਕੇਵਲ ਗੁਰੂ ਨੂੰ ਮੰਨਣ ਵਾਲਾ ਚਾਹੀਦਾ ਹੈ, ਗੁਰੂ ਦੀ ਗੱਲ ਮੰਨਣ ਵਾਲਾ ਚਾਹੀਦਾ ਹੈ। ਪਰ ਹੁੰਦਾ ਕੀ ਆ, ਆਮ ਦੇਖਣ ਦੇ ਵਿੱਚ ਗੱਲ ਆਉਂਦੀ ਆ, ਜਦੋਂ ਗ੍ਰੰਥੀ ਸਿੰਘ ਨੂੰ ਕੋਈ ਸੁਝਾਅ ਦਿੱਤਾ ਜਾਂਦਾ ਹੈ ਵੀ ਭਾਈ ਐ ਨਹੀਂ ਐ ਹੁੰਦਾ, ਐ ਨਹੀਂ ਐ ਹੁੰਦਾ, ਉਹਦਾ ਅੱਗੋਂ ਜਵਾਬ ਕੀ ਆ? ਉਹ ਕਹਿੰਦਾ ਜੀ ਕਮੇਟੀ ਵਾਲੇ ਐ ਕਹਿੰਦੇ, ਉਹਨਾਂ ਜੀ ਮੈਨੂੰ ਤਾਂ ਕਮੇਟੀ ਐ ਕਹਿੰਦੀ ਹੈ। ਦੇਖੋ ਜੀ, ਆਪਾਂ ਮੰਗਲਾਚਾਰ 'ਚ 2 ਪੰਕਤੀਆਂ ਪੜ੍ਹਨੀਆਂ ਕੀਤੀਆਂ ਹੈ ਵੀ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਹੇ ਗੁਰੂ ਦੇ ਸਿੱਖੋ, ਹੇ ਮਿੱਤਰੋ, ਕੀ ਕਰੋ? ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਚਾਲ ਦਾ ਭਾਵ ਰਸਤਾ, ਰਸਤੇ 'ਚ ਭਾਵ ਸਿੱਖਿਆ, ਵੀ ਜੋ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਦੇ ਰਿਹਾ ਉਹਦੇ ਉੱਪਰ ਚੱਲਣਾ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ, ਗ੍ਰੰਥੀ ਸਿੰਘ ਨੂੰ ਵੀ ਤੇ ਕਮੇਟੀ ਵਾਲਿਆਂ ਨੂੰ ਵੀ। ਸੋ ਇਹ ਕਮੇਟੀ ਮੈਂਬਰਾਂ ਨੂੰ, ਪ੍ਰਬੰਧਕਾਂ ਨੂੰ, ਸੰਗਤਾਂ ਨੂੰ ਵੀ ਚਾਹੀਦਾ ਹੈ, ਗੁਰੂ ਦਾ ਭੈ ਮੰਨਣਾ ਚਾਹੀਦਾ ਹੈ ਵੀ ਅਸੀਂ ਗੁਰੂ ਤੋਂ ਉਲਟ ਜਾ ਕੇ ਆਪਣੀ ਬਹੁ ਗਿਣਤੀ ਦੇ ਨਾਲ, ਆਪਣੀ ਸਿਆਸੀ ਤਾਕਤ ਨਾਲ ਵੀ ਗੁਰਬਾਣੀ ਤੋਂ ਉਲਟ ਕੋਈ ਗ੍ਰੰਥੀ ਸਿੰਘ ਨੂੰ ਰਾਏ ਨਾ ਦਈਏ। ਵੀ ਆਪਣੀ ਬਹੁਤ ਗਿਣਤੀ ਦੇ ਨਾਲ ਜਾਂ ਸਿਆਸੀ ਤਾਕਤ ਨਾਲ, ਕਿ ਵੀ ਇੱਦਾਂ ਹੁੰਦਾ ਨਾ, ਗ੍ਰੰਥੀ 'ਤੇ ਦਬਾਅ ਪਾਇਆ ਜਾਂਦਾ ਹੈ ਵੀ ਬਾਬਾ ਤੂੰ ਐਂ ਕਰ, ਬਾਬਾ ਤੂੰ ਐਂ ਕਰ। ਪਰ ਦੂਸਰੇ ਪਾਸੇ ਗ੍ਰੰਥੀ ਸਿੰਘ ਨੂੰ ਵੀ ਚਾਹੀਦਾ ਹੈ ਵੀ ਕੀ ਹੋ ਜੂਗਾ, ਵੱਧ ਤੋਂ ਵੱਧ ਤੇਰੀ ਛੁੱਟੀ ਕਰ ਦੇਣਗੇ, ਉਹਦੇ ਇਹਦੇ ਉੱਤੇ ਤਾਂ ਕੁਛ ਹੋ ਨਹੀਂ ਸਕਦਾ। ਵੀ ਉਹਨੂੰ ਵੀ ਕੀ ਚਾਹੀਦਾ ਹੈ? ਜੋ ਗੁਰ ਕਹੇ, ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਇਸੇ ਤਰ੍ਹਾਂ ਆਪਾਂ 5ਵੇਂ ਪਾਤਸ਼ਾਹ ਦਾ ਬਚਨ ਪੜ੍ਹਨਾ ਕੀਤਾ ਹੈ ਸੰਗ ਰਾਗ ਦੇ ਵਿੱਚ, ਮਾਈ ਸਤ 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 ਹਰ, ਸਤ 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 ਸਾਧਾ, ਬਚਨ ਗੁਰੂ ਜੀ ਪੂਰੇ ਕਿਹਾ, ਮੈਂ ਸ਼ੀਖ ਗਾਠੜੀ ਵਾਧਾ। ਹੇ ਮੇਰੀ ਮਾਂ, ਉਹ ਪ੍ਰਮਾਤਮਾ ਵਾਹਿਗੁਰੂ, ਸਤ ਸਤ 3 ਵਾਰੀ ਲਿਖਿਆ, ਉਹ ਜਿਹੜਾ ਪ੍ਰਮਾਤਮਾ ਵਾਹਿਗੁਰੂ ਸਦਾ ਰਹਿਣ ਵਾਲਾ ਹੈ, ਸਦੀਵੀ ਹੋਂਦ ਵਾਲਾ ਹੈ। ਉਹ ਜਿਹੜੇ ਰੱਬ ਦੇ ਪਿਆਰੇ ਆ ਸਾਧਜਨ, ਉਹਨਾਂ ਦੇ ਬਚਨ ਵੀ ਅਟਲ ਹੈ। ਇਸ ਲਈ ਮਾਂ ਮੈਂ ਕੀ ਕੀਤਾ ਹੈ? ਬਚਨ ਗੁਰੂ ਜੋ ਪੂਰੇ ਕਿਹਾ, ਮੈਂ ਛੀਕ ਗਾਠੜੀ ਵਾਧਾ। ਪੂਰੇ ਗੁਰੂ ਨੇ ਜੋ ਮੈਨੂੰ ਬਚਨ ਕਿਹਾ ਹੈ, ਉਹ ਗੁਰੂ ਵੱਲੋਂ ਕਹੇ ਹੋਏ ਬਚਨ ਨੂੰ ਮੈਂ ਖਿੱਚ ਕੇ ਘੁੱਟ ਕੇ ਆਪਣੇ ਪੱਲੇ ਨਾਲ ਗੰਢ ਦਿੱਤੀ ਹੋਈ ਹੈ। ਇਸ ਲਈ ਭਾਈ ਆਪਾਂ ਨੂੰ ਗੁਰਬਾਣੀ ਕਹੇ ਸੇਵਕ ਜਨ ਮਾਨੇ, ਗੁਰੂ ਦੀ ਬਾਣੀ ਕਹਿ ਰਹੀ ਹੈ ਵੀ ਪੂਰੇ ਗੁਰੂ ਦੇ ਬਚਨ ਨੂੰ ਆਪਾਂ ਨੂੰ ਆਪਣੇ ਪੱਲੇ ਨਾਲ ਬੰਨ੍ਹ ਲੈਣਾ ਚਾਹੀਦਾ ਹੈ। ਕਿਹਨੂੰ ਜੀ? ਕੇਵਲ ਗ੍ਰੰਥੀ ਸਿੰਘ ਨੂੰ, ਕੇਵਲ ਕਮੇਟੀ ਵਾਲਿਆਂ ਨੂੰ ਨਹੀਂ ਜੀ, ਸਾਰਿਆਂ ਨੂੰ। ਕਿਉਂਕਿ ਗੁਰਬਾਣੀ ਸਾਰੀ ਮਨੁੱਖਤਾ ਵਾਸਤੇ ਹੈ, ਕੇਵਲ ਇਕੱਲੇ ਗ੍ਰੰਥੀ ਸਿੰਘ ਵਾਸਤੇ ਨਹੀਂ ਜਾਂ ਇਕੱਲੇ ਕਮੇਟੀ ਮੈਂਬਰਾਂ ਵਾਸਤੇ ਹੈ। ਆਮ ਦੇਖਣ 'ਚ ਇਹ ਗੱਲ ਆਉਂਦਾ ਹੈ ਕਿ ਅਸੀਂ ਹਰੇਕ ਗੱਲ 'ਤੇ ਵਾਰ-ਵਾਰ ਗ੍ਰੰਥੀ ਨੂੰ ਟੋਕਦੇ ਹਾਂ ਵੀ ਬਾਬਾ ਤੂੰ ਨਿਤਨੇਮ ਨਹੀਂ ਕੀਤਾ, ਬਾਬਾ ਤੂੰ ਬੋਲਿਆ ਨਹੀਂ, ਬਾਬਾ ਤੂੰ ਐ ਨਹੀਂ ਕੀਤਾ। ਪਰ ਕੀ ਬਾਬੇ ਦੀ ਇਕੱਲੇ ਦੀ ਡਿਊਟੀ ਹੈ? ਕੀ ਰੱਬੀ ਬਾਣੀ ਕਈ ਗ੍ਰੰਥੀ ਨੂੰ ਕਹਿੰਦੀ ਆ ਵੀ ਤੂੰ ਨਿਤਨੇਮ ਕਰ, ਤੂੰ ਬਾਣੀ ਪੜ੍ਹ? ਨਹੀਂ ਭਾਈ, ਸਾਰੀ ਮਨੁੱਖਤਾ ਨੂੰ ਆ। ਕੋਈ ਬਚਨ ਪੜ੍ਹ ਕੇ ਵਿਚਾਰ ਕਰਕੇ ਵੇਖੋ ਕਿ ਗੁਰਬਾਣੀ ਸਾਰੇ ਮਨੁੱਖਤਾ ਨੂੰ ਕਹਿ ਰਹੀ ਹੈ। ਜਿਵੇਂ ਇੱਕ ਮੈਂ ਬਚਨ ਪੜ੍ਹਾਂ, ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀਓ, ਹਰ ਕੀ ਸੇਵਾ ਤੇ ਮਨੋ ਚਿੰਦਿਆ ਫਲ ਪਾਈਏ, ਦੂਜੀ ਸੇਵਾ ਜਨ ਵਿਅਰਥ ਜਾਏ ਜੀ। ਹੁਣ ਆਪਾਂ ਇਹਦੀ ਵਿਆਖਿਆ ਕਰੀਏ, ਵਿਸਤਾਰ ਕਰੀਏ। ਪਾਤਸ਼ਾਹ ਜੀ ਕਹਿੰਦੇ ਆ ਹਰ ਕੀ ਤੁਮ ਸੇਵਾ ਕਰੋ। ਵੇਖੋ ਕਿਸੇ ਇੱਥੇ ਕਿਸੇ ਦਾ ਜ਼ਿਕਰ ਨਹੀਂ ਕੀਤਾ, ਕਿਸੇ ਮਨੁੱਖ ਦਾ, ਸਾਰੀ ਮਨੁੱਖਤਾ ਨੂੰ ਕਿਹਾ। ਕਿਉਂਕਿ ਜਿਹੜੀ ਗੁਰੂ ਦੀ ਬਾਣੀ ਆ ਸਾਰੇ ਮਨੁੱਖਤਾ ਦੇ ਭਲੇ ਵਾਸਤੇ ਹੈ।
ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀਓ। ਹੇ ਭਾਈ, ਇੱਕ ਪ੍ਰਮਾਤਮਾ ਦੀ ਸੇਵਾ ਕਰੋ, ਕਿਸੇ ਦੂਜੇ ਦੀ ਸੇਵਾ ਤੁਸੀਂ ਕੋਈ ਵੀ ਨਾ ਕਰੋ। ਕਿਸੇ ਨੇ ਪੁੱਛ ਲਿਆ, ਪਾਤਸ਼ਾਹ ਫਰਕ ਕੀ ਆ? ਜੇ ਅਸੀਂ ਪ੍ਰਮਾਤਮਾ ਦੀ ਸੇਵਾ ਕਰਦੇ ਹਾਂ ਤੇ ਸਾਨੂੰ ਕੀ ਮਿਲਦਾ ਹੈ, ਜੇ ਅਸੀਂ ਕਿਸੇ ਦੂਜੇ ਦੀ ਸੇਵਾ ਕਰਦੇ ਹਾਂ ਤੇ ਕੀ ਫਰਕ ਹੈ? ਪਾਤਸ਼ਾਹ ਜੀ ਦੱਸਣਾ ਕਰਦੇ ਹਨ, ਕਹਿੰਦੇ ਹਰ ਕੀ ਸੇਵਾ ਤੇ ਮਨੁ ਚਿੰਦਿਆਂ ਫਲ ਪਾਈਏ। ਕਹਿੰਦੇ ਭਾਈ, ਜੇ ਪ੍ਰਮਾਤਮਾ ਦੀ ਸੇਵਾ ਕਰੇਗਾ ਤਾਂ ਮਨ ਇੱਛੇ ਦੀ ਫਲਾਂ ਦੀ ਤੈਨੂੰ ਪ੍ਰਾਪਤੀ ਹੋ ਜੂਗੀ। ਜੇ ਦੂਸਰੀ ਸੇਵਾ ਕਰੇਗਾ, ਦੂਜੀ ਸੇਵਾ ਜਨਮ ਵਿਰਥਾ ਜਾਏ ਜੀਓ। ਜੇ ਰੱਬ ਨੂੰ ਛੱਡ ਕੇ ਕਿਸੇ ਦੂਜੇ ਦੀ ਸੇਵਾ ਕਰੇਗਾ ਤਾਂ ਜਨਮ ਵਿਰਥਾ ਚਲਾ ਜਾਊਗਾ। ਸੋ ਆਪਾਂ ਗੱਲ ਇੱਥੋਂ ਚੱਲੀ ਸੀ ਵੀ ਗ੍ਰੰਥੀ ਸਿੰਘ ਤੇ ਕਮੇਟੀਆਂ ਦੀ ਚੋਣ ਵਾਸਤੇ। ਇਸ ਲਈ ਭਾਈ, ਜਿਹੜੀ ਗ੍ਰੰਥੀ ਸਿੰਘ ਦੀ ਚੋਣ ਆ, ਸਾਨੂੰ ਗੁਰਮਤ ਅਨੁਸਾਰ ਕਰਨੀ ਚਾਹੀਦੀ ਹੈ, ਨਾ ਕਿ ਆਪਣੇ ਧੜੇ ਦੇ ਮੁਤਾਬਕ, ਨਾ ਕਿ ਆਪਣੀ ਬਹੁਤ ਗਿਣਤੀ ਨਾਲ। ਆਮ ਦੇਖਣ 'ਚ ਆ ਰਿਹਾ ਹੈ ਲਾਗੇ ਤਾਗੇ ਪਿੰਡਾਂ ਦੇ ਵਿੱਚ ਵੀ ਕੀ ਹੁੰਦਾ ਹੈ, ਜਿੱਦਣ ਬਹੁਤ ਗਿਣਤੀ ਕਹਿੰਦੀ ਆ, ਜੋ ਬਹੁਤ ਗਿਣਤੀ ਕਹਿੰਦੀ ਆ ਉਹ ਕੀਤਾ ਜਾਂਦਾ ਹੈ। ਪਰ ਇਹ ਗੱਲ ਮੈਂ ਬੜੇ ਦਾਅਵੇ ਨਾਲ ਕਹਿ ਸਕਦਾ ਹੈ, ਗੁਰਬਾਣੀ ਵਿੱਚੋਂ ਜਿਹੜੀ ਥੋੜੀ ਕਸਵੱਟੀ ਆ, ਗੁਰੂ ਦੀ ਬਾਣੀ ਇਹਦੇ ਨਾਲ ਨਹੀਂ ਸਹਿਮਤ। ਫਿਰ ਸੁਣਨਾ ਕਰੋ ਜੀ, ਜਿਹੜੀ ਆਪਣੀ ਵਿਚਾਰ ਆ, ਜਿਹੜੀ ਆਪਣੀ ਕਸਵੱਟੀ ਆ ਵੀ ਜਿੱਧਰ ਬਹੁਤ ਗਿਣਤੀ ਕਹਿੰਦੀ ਆ ਉਹ ਕੰਮ ਕਰੋ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਗੁਰੂ ਸਾਹਿਬ ਇਹਦੇ ਨਾਲ ਬਿਲਕੁਲ ਹੀ ਸਹਿਮਤ ਨਹੀਂ। ਮੰਨ ਲਓ 100 ਬੰਦਾ ਤੁਹਾਨੂੰ ਕਹਿੰਦਾ ਜੀ ਝੂਠ ਬੋਲੋ, ਜੇ ਤੁਸੀਂ ਬਹੁਤ ਗਿਣਤੀ ਮਗਰ ਜਾਓਗੇ, ਗੁਰੂ ਤਾਂ ਇੱਕ ਹੈ ਨਾ। 100 ਬੰਦਾ ਕਹਿੰਦਾ ਜੀ ਝੂਠ ਬੋਲੋ, ਹੁਣ ਬੰਦਾ 100 ਗੁਰੂ ਇੱਕ ਆ, ਕਿਹਦੀ ਗੱਲ ਮੰਨੋਗੇ? ਕਿਹਦੀ ਗੱਲ ਮੰਨੋ? ਗਿਣਤੀ ਮਗਰ ਜਾਓਗੇ ਤਾਂ ਫਿਰ ਤਾਂ ਨੁਕਸਾਨ ਹੀ ਆ। ਨਹੀਂ ਭਾਈ, ਗਿਣਤੀ ਮਗਰ ਨਹੀਂ ਜਾਣਾ, ਗੁਰੂ ਮਗਰ ਜਾਣਾ, ਸੱਚ ਮਗਰ ਜਾਣਾ। ਹੁਣ ਗੁਰੂ ਦਾ ਫੈਸਲਾ ਕੀ, ਰੱਬੀ ਬਾਣੀ ਦਾ ਫੈਸਲਾ ਕੀ ਆ? ਬੋਲ ਗਏ ਸੱਚ ਧਰਮ, ਝੂਠ ਨਾ ਬੋਲ ਗਏ, ਜੋ ਗੁਰ ਦੱਸੇ ਵਾਟ ਮਰਿੱਧਾ ਜੁੱਲ ਗਈ। ਬੋਲ ਗਏ ਸੱਚ ਧਰਮ। ਭਾਈ, ਝੂਠ ਬੋਲਣਾ ਚਾਹੀਦਾ ਹੈ ਤੇ ਮਾਫ ਕਰਨਾ, ਸੱਚ ਬੋਲਣਾ ਚਾਹੀਦਾ ਹੈ, ਝੂਠ ਨਹੀਂ ਬੋਲਣਾ ਚਾਹੀਦਾ। ਕਿਉਂ ਜੀ? ਕਬੀਰ ਜਹਾਂ ਝੂਠ ਤਹ ਪਾਪ ਹੈ। ਬਾਬਾ ਕਬੀਰ ਦਾ ਫੈਸਲਾ ਗੁਰਬਾਣੀ ਅੰਦਰ ਵੀ ਜਿੱਥੇ ਝੂਠ ਨਾ ਉਹ ਤਾਂ ਪਾਪ ਹੈ। ਕਬੀਰ ਜਹਾਂ ਝੂਠ ਤੈ ਪਾਪ ਹੈ। ਜਿੱਥੇ ਝੂਠ ਆ, ਗੁਰੂ ਜੀ ਕਹਿੰਦੇ ਉੱਥੇ ਪਾਪ ਹੈ। ਇਹ ਸ਼ਲੋਕ ਇੱਥੋਂ ਸ਼ੁਰੂ ਹੁੰਦਾ, ਕਬੀਰ ਜਹਾਂ ਗਿਆਨ ਤੈ ਧਰਮ ਹੈ, ਜਹਾਂ ਝੂਠ ਤੈ ਪਾਪ। ਗੁਰੂ ਦਾ ਗਿਆਨ ਲੈ ਕੇ ਉਹਦੀ ਕਮਾਈ ਕਰਕੇ ਹੀ ਕੋਈ ਮਨੁੱਖ ਧਰਮੀ ਬਣ ਸਕਦਾ ਹੈ। ਕਬੀਰ ਜਹਾਂ ਗਿਆਨ ਤਹਿ ਧਰਮ ਹੈ। ਗਿਆਨ ਤੋਂ ਬਿਨਾਂ ਬੰਦਾ ਕੋਈ ਧਰਮੀ ਨਹੀਂ ਹੋ ਸਕਦਾ। ਗਿਆਨ ਦੀ ਕਮਾਈ ਤੋਂ ਬਿਨਾਂ ਕੇਵਲ ਧਾਰਮਿਕ ਲਿਬਾਸ ਪਾ ਸਕਦਾ ਹੈ। ਤੇ ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਜਿਹੜਾ ਸਾਡਾ ਮਨ ਹੈ ਨਾ, ਇਹ ਵਿਕਾਰਾਂ ਤੋਂ, ਬੁਰਾਈਆਂ ਤੋਂ, ਕਰਮ ਕਾਂਡਾਂ ਤੋਂ, ਹੋਰ ਦੌੜ ਤੋਂ, ਆਸੇ ਪਾਸੇ ਭੱਜਣ ਤੋਂ ਬੱਧਾ ਰਹਿ ਸਕਦਾ ਹੈ। ਕਾਹਦਾ ਜੀ? ਗਿਆਨ ਦਾ। ਜਿਵੇਂ ਆਪਾਂ ਕੋਈ ਪਸ਼ੂ ਹੁੰਦਾ ਨਾ, ਉਹਨੂੰ ਤਗੜਾ ਸੰਗਲ ਮਾਰ ਕੇ ਰੱਖਦੇ ਹਾਂ, ਉਹ ਚਾਹੇ ਭੁੱਖਾ ਹੋਵੇ ਤਾਂ ਚਾਹੇ ਪਿਆਸਾ ਹੋਵੇ, ਫਿਰ ਵੀ ਵਿਚਾਰਾ ਉੱਥੇ ਹੀ ਬੱਝਾ ਰਹਿੰਦਾ ਹੈ। ਇੱਦਾਂ ਇਹ ਜਿਹੜਾ ਮਨ ਆ ਨਾ, ਗੁਰੂ ਦੇ ਗਿਆਨ ਦਾ ਬੱਝਾ ਰਹਿ ਸਕਦਾ ਹੈ। ਗੁਰਬਿਨ ਗਿਆਨ ਨਾ ਹੋਏ, ਗੁਰੂ ਤੋਂ ਬਿਨਾਂ ਗਿਆਨ ਨਹੀਂ ਮਿਲ ਸਕਦਾ। ਸੋ ਭਾਈ, ਗੁਰੂ ਘਰ ਦਾ ਕੋਈ ਜਿਹੜੇ ਸਾਡਾ ਮਕਸਦ ਸੀ, ਅਸੀਂ ਉਹ ਤੋਂ ਬਹੁਤ ਦੂਰ ਜਾ ਚੁੱਕੇ ਹਾਂ। ਗੁਰਦੁਆਰੇ ਜਾਣਾ, ਗੁਰਦੁਆਰਾ ਸਾਹਿਬ ਬਣਾ ਲੈਣਾ, ਗੁਰੂ ਸਾਹਿਬ ਪ੍ਰਕਾਸ਼ ਕਰਨੇ। ਇਹਦਾ ਮਤਲਬ ਇਹ ਸੀ, ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ, ਪਹਿਲਾਂ ਆਪਾਂ ਹਿੰਟ ਲੈ ਲਈਏ ਵੀ ਜਿਹੜਾ ਬੱਚਾ ਹੈ ਸਕੂਲ ਵਿੱਚ ਜਾਂਦਾ ਹੈ, ਉਹ ਇਸ਼ਨਾਨ ਵੀ ਕਰਦਾ ਹੈ, ਉਹ ਵਰਦੀ ਵੀ ਪਾਉਂਦਾ ਹੈ, ਉਹ ਫੀਸ ਵੀ ਦਿੰਦਾ ਹੈ। ਪਰ ਇਹ ਕਿਉਂ, ਕਾਹਦੇ ਵਾਸਤੇ? ਬੱਚੇ ਦਾ ਵਰਦੀ ਪਾਉਣ ਦਾ ਕੋਈ ਸ਼ੌਂਕ ਨਹੀਂ, ਬੱਚੇ ਦਾ ਕੋਈ ਬੈਗ ਚੁੱਕਣਾ ਕੋਈ ਉਹਨੂੰ ਸ਼ੌਂਕ ਨਹੀਂ। ਬੱਚੇ ਦਾ ਮਤਲਬ ਕੀ ਆ? ਬੱਚੇ ਦਾ ਨਿਸ਼ਾਨਾ ਕੀ ਆ? ਵੀ ਮੈਂ ਆਪਣੇ ਸਕੂਲ ਵਿੱਚ ਜਾ ਕੇ ਉੱਥੋਂ ਨਾ ਆਪਣੇ ਟੀਚਰ ਤੋਂ ਸਿੱਖ ਕੇ ਆਉਣਾ ਕੁਛ। ਇੱਦਾਂ ਹਸਪਤਾਲ ਕਿਉਂ ਜਾਂਦੇ ਆ? ਦਵਾਈ ਲੈਣ ਵਾਸਤੇ, ਵੀ ਅਸੀਂ ਬਿਮਾਰ ਆ, ਸਾਡੀ ਬਿਮਾਰੀ ਦੂਰ ਹੋ ਜੇ। ਆਪਾਂ ਕਹਿ ਵੀ ਦਿੰਦੇ ਹਾਂ ਵੀ ਕਿੱਥੋਂ ਆਰਾਮ ਆ ਗਿਆ? ਕਹਿੰਦੇ ਜੀ ਫਲਾਣੇ ਹਸਪਤਾਲ ਗਿਆ ਸੀ, ਉੱਥੋਂ ਮੈਨੂੰ ਆਰਾਮ ਆ ਗਿਆ। ਇਸ ਤਰ੍ਹਾਂ ਭਾਈ, ਜਿਹੜਾ ਗੁਰੂ ਘਰ ਵੀ ਅਸੀਂ ਜਾਂਦੇ ਹਾਂ, ਉਹਦਾ ਸਦਾ ਮਤਲਬ ਹੁੰਦਾ ਹੈ ਅਸੀਂ ਸੰਸਾਰ ਰੋਗੀ, ਬਾਣੀ ਦੇ ਬੋਲ, ਸੰਸਾਰ ਰੋਗੀ ਨਾਮ ਦਾਰੂ ਮੈਂ ਲਾਗੇ ਸੱਚ ਬਣਾ। ਅਸੀਂ ਰੋਗੀ ਹਾਂ। ਕਾਹਦੇ ਰੋਗ ਲੱਗੇ ਸਾਨੂੰ? ਕਰਮ ਕਾਂਡਾਂ ਦੇ, ਵਹਿਮਾਂ ਭਰਮਾਂ ਦੇ, ਨਸ਼ਾ ਆਦਿਕ ਦੇ, ਜਾਤ ਪਾਤ ਦੇ, ਤੇਰ ਮੇਲ ਦੇ, ਧਰਿਆਂ ਦੇ, ਪਾਰਟੀਆਂ ਦੀ, ਗੋਤਾਂ ਦੇ, ਇਹ ਸਾਰੇ ਰੋਗ ਲੱਗੇ ਹੈ। ਗੁਰੂ ਸਾਹਿਬ ਇਹਨਾਂ ਰੋਗਾਂ ਸਾਰਿਆਂ ਦੀ ਦਵਾਈ ਦਿੰਦੇ ਹੈ। ਗੁਰੂ ਸਾਹਿਬ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਗੁਰਬਾਣੀ ਅੰਦਰ ਖੰਡਨ ਕਰ ਦਿੰਦੇ ਹਨ
ਵੀ ਜਿਹੜਾ ਰੱਬ ਨਾਲ ਜੁੜ ਜਾਂਦਾ ਹੈ, ਜਿਹੜਾ ਗੁਰੂ ਦੀ ਸਿੱਖਿਆ ਤੇ ਚੱਲਦਾ ਹੈ, ਉਹ ਇਹਨਾਂ ਚੀਜ਼ਾਂ ਤੋਂ ਉੱਪਰ ਚੱਲ ਜਾਂਦਾ ਹੈ। ਉਹ ਕਿਸੇ ਜਾਤ ਨੂੰ ਨਹੀਂ ਮਾਨਤਾ ਦਿੰਦਾ, ਉਹ ਕਿਸੇ ਗੋਤ ਨੂੰ ਨਹੀਂ ਦਿੰਦਾ, ਉਹ ਕਿਸੇ ਰੰਗ ਨੂੰ ਨਹੀਂ, ਉਹ ਕਿਸੇ ਪਾਰਟੀ ਨੂੰ। ਇਸ ਲਈ ਆਪਾਂ ਜੋ ਸ਼ੁਰੂ ਵਿੱਚ ਬੇਨਤੀ ਕੀਤੀ ਸੀ ਭਾਈ, ਵੀ ਜਿਹੜੇ ਗੁਰੂ ਘਰਾਂ ਦੀ ਗ੍ਰੰਥੀ ਸਿੰਘਾਂ ਦੀ ਚੋਣ ਗੁਰਮਤ ਅਨੁਸਾਰ ਹੋਣੀ ਚਾਹੀਦੀ ਆ। ਗ੍ਰੰਥੀ ਸਿੰਘ ਸ਼ੁੱਧ ਗੁਰਬਾਣੀ ਪੜ੍ਹਨ ਵਾਲਾ ਹੋਵੇ, ਵਿਚਾਰਵਾਨ ਹੋਵੇ, ਗੁਰਬਾਣੀ ਅਨੁਸਾਰ ਉਹਦਾ ਜੀਵਨ ਹੋਵੇ। ਜਿਹੜੇ ਗ੍ਰੰਥੀ ਸਿੰਘ ਦੇ ਕਮੇਟੀ ਮੈਂਬਰ ਆ, ਜਿਹੜੇ ਅਸੀਂ ਕਹਿੰਦੇ ਅਸੀਂ ਚੋਣ ਕਰਾਂਗੇ, ਉਹ ਵੀ ਉਹੀ ਬੰਦਾ ਚੋਣ ਕਰ ਸਕਦਾ ਹੈ, ਉਹੀ ਦਖਲਅੰਦਾਜ਼ੀ ਕਰ ਸਕਦਾ ਹੈ ਜਿਹੜਾ ਆਪ ਗੁਰਬਾਣੀ ਤੋਂ ਜਾਣੂ ਹੋਵੇ। ਪਰ ਇਹ ਤੋਂ ਉਲਟ ਹੈ। ਆਮ ਪਿੰਡਾਂ ਵਿੱਚ ਦੇਖਿਆ ਜਾ ਸਕਦਾ ਹੈ, ਮੈਂ ਦਿਖਾ ਸਕਦਾ ਹੈ ਵੀ ਉਹ ਲੋਕ ਮੂਹਰੇ ਹੋ ਕੇ ਗ੍ਰੰਥੀ ਦੀ ਚੋਣ ਕਰਦੇ ਹਨ ਜਿਨ੍ਹਾਂ ਨੂੰ ਗੁਰਬਾਣੀ ਦਾ ਇੱਕ ਪੰਕਤੀ ਨਹੀਂ ਆਉਂਦੀ, ਜਿਨ੍ਹਾਂ ਨੂੰ ਗੁਰਬਾਣੀ ਦਾ ਇਹ ਵੀ ਨਹੀਂ ਪਤਾ ਗੁਰੂ ਗ੍ਰੰਥ ਸਾਹਿਬ 'ਚ ਕਿੰਨੇ ਗੁਰੂਆਂ ਦੀ ਬਾਣੀ ਆ। ਉਹ ਲੋਕ ਗ੍ਰੰਥੀ ਦੀ ਚੋਣ ਕਰਦੇ ਹਨ। ਅਤੇ ਕਿਵੇਂ ਕਰਦੇ ਆ? ਆਪਣੇ ਧੜੇ ਮੁਤਾਬਕ ਆਪਣੀ ਸਿਆਸੀ ਤਾਕਤ ਦਿਖਾਉਂਦੇ ਆ। ਸੋ ਐਸੀਆਂ ਭੁੱਲਾਂ ਤੋਂ, ਐਸੀਆਂ ਗਲਤਾਂ ਤੋਂ ਸੰਕੋਚ ਕਰਨਾ ਚਾਹੀਦਾ ਹੈ। ਲਾਟ ਵਿੱਚ ਫਿਰ ਬੇਨਤੀ ਹੈ ਭਾਈ, ਕੀ ਕਰਨਾ ਚਾਹੀਦਾ ਆਪਾਂ ਨੂੰ ਸਾਰਿਆਂ ਨੂੰ, ਸਮੇਤ ਗ੍ਰੰਥੀ ਦੇ, ਸਮੇਤ ਕਮੇਟੀ ਮੈਂਬਰਾਂ ਦੇ, ਸਮੇਤ ਸੰਗਤਾਂ ਦੇ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ। ਜੋ ਗੁਰੂ ਜੀ ਕਹਿ ਰਹੇ ਹਨ ਉਸ ਨੂੰ ਹੀ ਭਲਾ ਕਰਕੇ ਮੰਨ ਲੈਣਾ ਚਾਹੀਦਾ, ਉਹਨੂੰ ਬੁਰਾ ਨਹੀਂ ਕਰਕੇ ਮੰਨਣਾ ਚਾਹੀਦਾ ਹੈ। ਬਚਨ ਗੁਰੂ ਜੋ ਪੂਰੇ ਕਿਹਾ, ਮੈਂ ਛੀਂਕ ਗਾਂਠੀ ਵਾਧਾ। ਪੂਰੇ ਗੁਰੂ ਜੀ ਜੋ ਸਾਨੂੰ ਬਚਨ ਕਹਿ ਰਹੇ ਹਨ ਉਸ ਨੂੰ ਸਾਨੂੰ ਸਾਰਿਆਂ ਜਣਿਆਂ ਨੂੰ ਪੱਲੇ ਨਾਲ ਬੰਨ੍ਹ ਲੈਣਾ ਚਾਹੀਦਾ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਦੀ ਖਿਮਾ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ